Hello everyone, students. Today we are going to start a new topic of the same chapter. The name is Logic Gates and the Families. So previous ਆਪਾਂ ਡਿਸਕਸ ਕੀਤਾ ਸੀਗਾ ਟਾਈਪਸ ਆਫ ਗੇਟਸ, ਜਿਹਦੇ ਵਿੱਚ ਆਪਾਂ ਬੇਸਿਕ ਗੇਟਸ ਬਾਰੇ ਡਿਸਕਸ ਕੀਤਾ ਸੀ, ਯੂਨੀਵਰਸਲ ਗੇਟਸ ਬਾਰੇ ਐਂਡ ਅਦਰ ਗੇਟਸ ਬਾਰੇ। ਉਹਨਾਂ ਦੇ ਆਪਾਂ ਸਿੰਬਲ ਡਿਸਕਸ ਕੀਤੇ ਸੀ, ਐਕਸਪ੍ਰੈਸ਼ਨ ਡਿਸਕਸ ਕੀਤੇ ਸੀ ਐਂਡ ਦਾ ਟਰੂਥ ਟੇਬਲ ਆਪਾਂ ਚੈੱਕ ਕੀਤਾ ਸੀ। So today we are going to start a next topic, that is the universal property of NAND and NOR gate. Again ਜਿਹੜਾ ਇਹ question ਹੈ from examination point of very very important question ਹੈ, ਠੀਕ ਹੈ। ਇਹਨੂੰ ਧਿਆਨ ਦੇ ਨਾਲ ਸਮਝ ਲੈਣਾ ਹੈ। that is very easy and very interesting. So let's start with the universal property of NAND gate as well as the NOR gates. First of all, universal property ਦਾ ਮਤਲਬ ਕੀ ਹੈ? So ਕੀ ਕਹਿ ਰਿਹਾ ਹੈ? all Boolean expression consist of various combinations of OR and NOT gate. ਸੋ ਜਿੰਨੇ ਵੀ ਆਪਣੇ ਕੋਲ ਲੌਜੀਕਲ ਜਾਂ ਬੂਲੀਅਨ ਐਕਸਪ੍ਰੈਸ਼ਨ ਹੋਣਗੇ, ਉਹਨਾਂ ਸਾਰਿਆਂ ਦੇ ਵਿੱਚ ਆਪਣੇ ਕੋਲ ਕੀ ਹੋਏਗਾ? OR ਗੇਟ, ਐਂਡ ਗੇਟ ਜਾਂ NOT ਗੇਟ ਦਾ ਕੀ ਹੋਏਗਾ? ਕੰਬੀਨੇਸ਼ਨ ਹੋਏਗਾ, ਲਾਈਕ ਦਿਸ। ਮੰਨ ਲਓ ਮੇਰੇ ਕੋਲ ਬੂਲੀਅਨ ਐਕਸਪ੍ਰੈਸ਼ਨ ਹੈ, ਤੁਸੀਂ ਦੇਖ ਸਕਦੇ ਹੋ ਕਿ ਇਸ ਐਕਸਪ੍ਰੈਸ਼ਨ ਦੇ ਵਿੱਚ ਆਪਣੇ ਕੋਲ OR ਗੇਟ, OR ਆਪਰੇਸ਼ਨ ਵੀ ਹੈ, NOT ਆਪਰੇਸ਼ਨ ਵੀ ਹੈ, ਐਜ਼ ਵੈਲ ਐਜ਼ ਅ NAND ਆਪਰੇਸ਼ਨ ਵੀ ਹੈ। ਕਲੀਅਰ? ਸੋ ਜ਼ਰੂਰੀ ਨਹੀਂ ਹੈ ਕਿ ਹਰ ਐਕਸਪ੍ਰੈਸ਼ਨ ਦੇ ਵਿੱਚ ਤਿੰਨ ਦੇ ਤਿੰਨੇ ਆਪਰੇਸ਼ਨ ਇਕੱਠੇ ਆਉਣ। ਇੱਕ ਆਪਰੇਸ਼ਨ ਵੀ ਆ ਸਕਦਾ ਹੈ, ਦੋ ਆਪਰੇਸ਼ਨ ਵੀ ਹੋ ਸਕਦੇ ਆ, ਕੰਬੀਨੇਸ਼ਨ ਦੋ ਦਾ ਵੀ ਹੋ ਸਕਦਾ ਹੈ ਔਰ ਤਿੰਨ ਦਾ ਕੰਬੀਨੇਸ਼ਨ ਵੀ ਹੋ ਸਕਦਾ। ਇਹ ਡਿਪੈਂਡ ਕਰੇਗਾ ਕਿ ਤੁਸੀਂ ਕਿਸ ਤਰੀਕੇ ਦਾ ਫੰਕਸ਼ਨ, ਬੂਲੀਅਨ ਫੰਕਸ਼ਨ ਪਰਫਾਰਮ ਕਰ ਰਹੇ ਹੋ। ਸੋ ਐਨੀ ਐਕਸਪ੍ਰੈਸ਼ਨ ਕੈਨ ਬੀ ਇੰਪਲੀਮੈਂਟਡ ਯੂਜ਼ਿੰਗ ਦੇਅਰ ਕੰਬੀਨੇਸ਼ਨ। ਸੋ ਕੋਈ ਵੀ ਜਿਹੜਾ ਐਕਸਪ੍ਰੈਸ਼ਨ ਹੈ ਉਹਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ with the help of these combinations. ਕਿਹੜੇ combinations? OR and as well as a NOT gate. ਸੋ ਐਕਸਪ੍ਰੈਸ਼ਨ ਤੋਂ ਦੇਖ ਕੇ ਆਪਾਂ ਸਰਕਿਟ ਡਿਜ਼ਾਈਨ ਕਰਦੇ ਹਾਂ। ਸੋ ਕਹਿੰਦਾ ਕਿ ਜਿਹੜਾ ਆਪਾਂ ਸਰਕਿਟ ਡਿਜ਼ਾਈਨ ਕਰਨਾ ਹੈ ਉਹਨੂੰ ਆਪਾਂ ਇੰਪਲੀਮੈਂਟ, ਐਕਸਪ੍ਰੈਸ਼ਨ ਤੋਂ ਆਪਾਂ ਸਰਕਿਟ ਨੂੰ ਇੰਪਲੀਮੈਂਟ ਕਰ ਸਕਦੇ ਹਾਂ ਬਾਈ ਯੂਜ਼ਿੰਗ ਆ OR operation, AND operation as well as a NOT gate, or you can say a OR gate, AND gate as well as NOT gate। ਇਹਨਾਂ ਨੂੰ ਯੂਜ਼ ਕਰਕੇ ਆਪਾਂ ਕਿਸੇ ਵੀ ਐਕਸਪ੍ਰੈਸ਼ਨ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ, ਬਿਕੋਜ਼ ਥੀਸ ਆਰ ਦਾ ਬੇਸਿਕ ਗੇਟਸ। ਸੋ ਜਿੰਨੇ ਵੀ ਆਪਣੇ ਕੋਲ ਸਰਕਿਟਸ ਹੋਣਗੇ ਉਹਨਾਂ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਆਪਣੇ ਕੋਲ ਬੇਸਿਕ ਗੇਟਸ ਕੀ ਹੈ? ਯੂਜ਼ ਕਿਸੇ ਨਾ ਕਿਸੇ ਤਰੀਕੇ ਹੁੰਦੇ ਰਹਿਣਗੇ, ਠੀਕ ਹੈ। ਉਸ ਤੋਂ ਬਗੈਰ ਆਪਣੇ ਕੋਲ ਕੋਈ ਵੀ ਜਿਹੜਾ ਸਰਕਿਟ ਹੈ ਉਹ ਕੰਪਲੀਟ ਨਹੀਂ ਹੋਏਗਾ ਅਗਰ ਆਪਾਂ ਬੇਸਿਕ ਗੇਟ ਯੂਜ਼ ਨਹੀਂ ਕਰਾਂਗੇ। ਬਟ ਕੀ ਕਹਿ ਰਿਹਾ ਹੈ? ਇਟ ਇਜ਼ possible however to implement any logic expression using only NAND or NOR gates without using any other gates। ਕਹਿੰਦਾ ਕਿ ਇਹ ਵੀ ਪੋਸੀਬਲ ਹੈ ਕਿ ਅਗਰ ਕੋਈ ਵੀ ਐਕਸਪ੍ਰੈਸ਼ਨ ਹੈ, ਜਿਸ ਤਰੀਕੇ ਦਾ ਮਰਜ਼ੀ ਐਕਸਪ੍ਰੈਸ਼ਨ ਹੈ, ਅਸੀਂ ਉਹਨੂੰ ਵੀ ਇੰਪਲੀਮੈਂਟ ਕਰ ਸਕਦੇ ਹਾਂ। ਦੈਟ ਇਜ਼ ਬਾਈ ਯੂਜ਼ਿੰਗ ਓਨਲੀ, ਸਿਰਫ ਤੇ ਸਿਰਫ NAND ਗੇਟ ਜਾਂ ਫਿਰ NOR ਗੇਟ, ਵਿਦਾਊਟ ਯੂਜ਼ਿੰਗ ਐਨੀ ਅਦਰ ਗੇਟ। ਸੋ ਜਿੰਨੇ ਵੀ ਆਪਣੇ ਕੋਲ ਕਹਿੰਦਾ ਲੌਜਿਕ ਐਕਸਪ੍ਰੈਸ਼ਨ ਹੋਣਗੇ ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਆ NAND ਗੇਟ। ਅਗਰ ਆਪਾਂ NAND ਗੇਟ ਯੂਜ਼ ਕਰਾਂਗੇ ਤਾਂ ਸਾਰੇ NAND ਗੇਟ ਯੂਜ਼ ਹੋਣਗੇ ਔਰ ਇਹਦੇ ਵਿੱਚ ਹੋਰ ਕੋਈ ਗੇਟ ਯੂਜ਼ ਨਹੀਂ ਹੋਏਗਾ। ਸਿਮਿਲਰਲੀ ਅਗਰ ਆਪਾਂ NOR ਗੇਟ ਯੂਜ਼ ਕਰ ਰਹੇ ਹਾਂ ਤਾਂ ਸਾਰੇ NOR ਗੇਟ ਹੀ ਯੂਜ਼ ਹੋਣਗੇ, ਕੋਈ ਹੋਰ ਗੇਟ ਯੂਜ਼ ਨਹੀਂ ਹੋਏਗਾ। ਸੋ ਇਸ ਰੀਜ਼ਨ ਨੂੰ, ਫॉर ਦਿਸ ਰੀਜ਼ਨ ਦੇ ਆਰ ਕਾਲਡ ਆ ਯੂਨੀਵਰਸਲ ਗੇਟਸ। ਸੋ ਇਸ ਕਰਕੇ ਇਹਨਾਂ ਨੂੰ ਕੀ ਕਹਿੰਦੇ ਆਪਾਂ? ਯੂਨੀਵਰਸਲ ਗੇਟ ਕਹਿ ਸਕਦੇ ਹਾਂ। ਨੋਰਮਲ ਆਪਾਂ ਕਹਿ ਸਕਦੇ ਹਾਂ ਕਿ universal gates are those gates that perform all logical functions as basic gates do. That's why these gates are called universal gates। ਸੋ ਇਹਦਾ ਭਾਵ ਇਹ ਹੈ ਕਿ ਜਿਹੜੇ ਯੂਨੀਵਰਸਲ ਗੇਟਸ ਹੋਣਗੇ ਉਹ ਹਰ ਤਰ੍ਹਾਂ ਲੌਜਿਕ ਜਿਹੜੇ ਫੰਕਸ਼ਨਸ ਹੋਣਗੇ ਉਹਨਾਂ ਨੂੰ ਪਰਫਾਰਮ ਕਰ ਸਕਦੇ ਆ ਜਿੱਦਾਂ ਕਿ ਆਪਣੇ ਬੇਸਿਕ ਗੇਟਸ ਕਰਦੇ ਆ, ਠੀਕ ਹੈ। ਜੋ ਬੇਸਿਕ ਗੇਟਸ ਕੰਮ ਕਰਦੇ ਆ ਉਹੀ ਆਪਣੇ ਕੋਲ ਜਿਹੜੇ ਹੈ ਯੂਨੀਵਰਸਲ ਗੇਟਸ ਕੀ ਆ ਉਹ ਕੰਮ ਕਰ ਸਕਦੇ ਹੈ, ਜਿਸ ਕਰਕੇ ਇਹਨਾਂ ਨੂੰ ਆਪਾਂ ਯੂਨੀਵਰਸਲ ਗੇਟ ਕਹਿੰਦੇ ਆ। ਫॉर एग्जांपल ਤੁਹਾਡੇ ਕੋਲ ਨੋਟ ਆਪਰੇਸ਼ਨ ਪਰਫਾਰਮ ਕਰਨਾ ਹੈ ਔਰ ਤੁਹਾਡੇ ਕੋਲ ਨੋਟ ਦਾ ਜਿਹੜਾ ਆਈਸੀ ਹੈ ਜਾਂ ਗੇਟ ਅਵੇਲੇਬਲ ਨਹੀਂ ਹੈ, ਦੈਨ ਤੁਸੀਂ NAND ਗੇਟ ਜਾਂ NOR ਗੇਟ ਯੂਜ਼ ਕਰਕੇ ਉਹਨੂੰ ਤੁਸੀਂ ਐਜ਼ ਏ NOT ਗੇਟ ਦਾ ਫੰਕਸ਼ਨ ਉੱਤੋਂ ਪਰਫਾਰਮ ਕਰਾ ਸਕਦੇ ਆ। ਸਿਮਿਲਰਲੀ ਤੁਸੀਂ ਅਗਰ ਐਂਡ ਫੰਕਸ਼ਨ ਪਰਫਾਰਮ ਕਰਨਾ ਹੈ ਤੇ ਦੈਨ ਆਪਾਂ NAND ਗੇਟ ਯੂਜ਼ ਕਰਕੇ ਉਹਨੂੰ ਐਜ਼ ਏ ਐਂਡ ਗੇਟ ਦਾ ਫੰਕਸ਼ਨ ਉੱਤੋਂ ਪਰਫਾਰਮ ਕਰ ਸਕਦੇ ਆ। ਸੋ ਜਿਹੜੇ ਫੰਕਸ਼ਨਸ ਲੌਜੀਕਲ ਐਕਸਪ੍ਰੈਸ਼ਨ ਨੂੰ ਇੰਪਲੀਮੈਂਟ ਕਰਦੇ ਹੈ ਬੇਸਿਕ ਗੇਟਸ, ਤੇ ਉਹ ਸਾਰੇ ਆਪਰੇਸ਼ਨ ਜਿਹੜੇ ਹੈ ਐਂਡ ਗੇਟ ਔਰ NOR ਗੇਟ ਵੀ ਕਰ ਸਕਦੇ ਹੈ। ਬਟ ਉਹਦੇ ਵਿੱਚ ਕੰਡੀਸ਼ਨ ਇਹ ਹੈ ਕਿ ਅਗਰ ਆਪਾਂ NAND ਗੇਟ ਯੂਜ਼ ਕਰਾਂਗੇ ਤਾਂ ਹੋਰ ਕੋਈ ਗੇਟ ਯੂਜ਼ ਨਹੀਂ ਹੋਏਗਾ। ਅਗਰ ਆਪਾਂ NOR ਗੇਟ ਯੂਜ਼ ਕਰਾਂਗੇ ਤਾਂ ਕੋਈ ਵੀ ਆਪਣੇ ਕੋਲ NOR ਗੇਟ ਯੂਜ਼ ਔਰ ਅਦਰ ਗੇਟ ਯੂਜ਼ ਨਹੀਂ ਹੋਏਗਾ, ਜਿਸ ਕਰਕੇ ਆਪਾਂ ਇਹਨੂੰ ਯੂਨੀਵਰਸਲ ਗੇਟਸ ਕਹਿੰਦੇ ਹਾਂ। ਸੋ ਆਲ ਦਾ ਲੌਜੀਕਲ ਫੰਕਸ਼ਨ ਕੈਨ ਬੀ ਪਰਫਾਰਮਡ ਬਾਏ ਦਾ ਯੂਨੀਵਰਸਲ ਗੇਟਸ, ਠੀਕ ਹੈ, ਐਜ਼ ਦਾ ਬੇਸਿਕ ਗੇਟਸ ਡੂ। ਜਿੱਦਾਂ ਬੇਸਿਕ ਗੇਟਸ ਕੰਮ ਕਰਦੇ ਹੈ ਉੱਦਾਂ ਹੀ ਆਪਣੇ ਕੋਲ
ਜਿਹੜੇ ਯੂਨੀਵਰਸਲ ਗੇਟਸ ਆ ਉਹ ਵੀ ਕੰਮ ਕਰ ਸਕਦੇ ਆ। ਸੋ ਦੋ ਤਰ੍ਹਾਂ ਦੇ ਆਪਣੇ ਕੋਲ ਗੇਟਸ ਆਪਾਂ ਡਿਸਕਸ ਕਰ ਚੁੱਕੇ ਹਾਂ, ਵਨ ਇਜ਼ ਅ ਨੈਂਡ ਗੇਟ ਐਂਡ ਸੈਕੰਡ ਇਜ਼ ਅ ਨੌਰ ਗੇਟ। ਸੋ ਪਹਿਲਾਂ ਆਪਾਂ ਡਿਸਕਸ ਕਰਾਂਗੇ ਯੂਨੀਵਰਸਲ ਪ੍ਰੋਪਰਟੀ ਆਫ ਅ ਨੈਂਡ ਗੇਟ, ਦੈਨ ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਯੂਨੀਵਰਸਲ ਪ੍ਰੋਪਰਟੀ ਆਫ ਅ ਨੌਰ ਗੇਟ। ਅਗਰ ਆਪਾਂ ਨੂੰ ਇੱਕ ਵੀ ਦੋਨੋਂ ਯਾਦ ਹੋ ਜਾਂਦੀ ਹੈ ਤੇ ਦੂਸਰੀ ਆਟੋਮੈਟਿਕਲੀ ਆਪਾਂ ਨੂੰ ਕੀ ਹੋਇਆ, ਈਜ਼ੀਲੀ ਆਪਾਂ ਨੂੰ ਰਿਮੈਂਬਰ ਕਰ ਸਕਦੇ ਹਾਂ। ਹੁਣੇ ਆਪਾਂ ਦੇਖਾਂਗੇ ਕਿਸ ਤਰੀਕੇ ਨਾਲ। ਸੋ ਲੈਟਸ ਸਟਾਰਟ ਵਿਦ ਦ ਯੂਨੀਵਰਸਲ ਪ੍ਰੋਪਰਟੀ ਆਫ ਅ ਨੈਂਡ ਗੇਟ। ਸੋ ਪਹਿਲਾਂ ਕੀ ਕਰਾਂਗੇ, ਨੈਂਡ ਗੇਟ ਐਜ਼ ਅ ਨੋਟ ਗੇਟ। ਇਹਦਾ ਮਤਲਬ ਕੀ ਹੈ ਕਿ ਆਪਾਂ ਨੈਂਡ ਗੇਟ ਯੂਜ਼ ਕਰਾਂਗੇ ਲੇਕਿਨ ਉਹ ਕੰਮ ਕੀ ਕਰੇਗਾ, ਨੋਟ ਗੇਟ ਦਾ ਕੰਮ ਕਰੇਗਾ। ਕਿਸ ਤਰੀਕੇ ਨਾਲ, ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨੋਟ ਗੇਟ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਕਿੰਨੀਆਂ ਇਨਪੁਟਸ ਲੈਂਦਾ ਹੈ ਔਰ ਕੀ ਉਹਦਾ ਲੌਜੀਕਲ ਐਕਸਪ੍ਰੈਸ਼ਨ ਹੈ। ਸੋ ਆਪਾਂ ਲਾਸਟ ਪ੍ਰੈਜੈਂਟੇਸ਼ਨ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਸੈਸ਼ਨ ਵਿੱਚ ਬੇਸਿਕ ਗੇਟਸ ਬਾਰੇ। ਸੋ ਦਿਸ ਇਜ਼ ਅ ਸਿੰਬਲ ਆਫ ਅ ਨੋਟ ਗੇਟ। ਕੀ ਕਰਦਾ ਹੈ, ਨੋਟ ਗੇਟ ਕੋ ਹਮੇਸ਼ਾ ਕੀ ਹੁੰਦੀ, ਇੱਕ ਇਨਪੁਟ ਹੁੰਦੀ ਹੈ ਔਰ ਜੋ ਵੀ ਉਹਦੇ ਕੋਲ ਇਨਪੁਟ ਹੁੰਦੀ ਹੈ ਉਹਨੂੰ ਕੀ ਕਰ ਦਿੰਦਾ, ਉਹ ਕੰਪਲੀਮੈਂਟ ਫਾਰਮ ਕਰ ਦਿੰਦਾ। ਸੋ ਆਪਾਂ ਹੁਣ ਨੈਂਡ ਗੇਟ ਇਸ ਤਰੀਕੇ ਨਾਲ ਯੂਜ਼ ਕਰਨਾ ਹੈ ਕਿ ਪਹਿਲੀ ਗੱਲ ਤਾਂ ਉਹ ਸਿੰਗਲ ਇਨਪੁਟ ਅਸੈਪਟ ਕਰੇਗਾ ਔਰ ਜਿਹੜੀ ਆਪਣੇ ਕੋਲ ਆਊਟਪੁੱਟ ਆਏਗੀ ਉਹ ਕੰਪਲੀਮੈਂਟ ਫਾਰਮ ਦੇ ਵਿੱਚ ਆਏਗੀ। ਕਿਸ ਤਰੀਕੇ ਨਾਲ ਆਏਗੀ, ਮੰਨ ਲਓ ਆਪਣੇ ਕੋਲ ਨੈਂਡ ਗੇਟ ਹੈ, ਹੁਣ ਦੇਖੋ ਡੈਫੀਨੇਸ਼ਨ ਕੀ ਕਹਿ ਰਹੀ ਨੋਟ ਗੇਟ ਦੀ, ਇਹ ਆਪਣੇ ਕੋਲ ਸਿਰਫ ਇੱਕੋ ਹੀ ਇਨਪੁਟ ਹੁੰਦੀ ਹੈ। ਸੋ ਇੱਕ ਇਨਪੁਟ ਬਣਾਉਣ ਵਾਸਤੇ ਦੋਨਾਂ ਇਨਪੁਟਸ ਨੂੰ ਕੀ ਕਰ ਦਾਂਗੇ, ਆਪਾਂ ਕੰਬਾਈਨ ਕਰ ਦਾਂਗੇ। ਜਦੋਂ ਆਪਾਂ ਦੋਨਾਂ ਇਨਪੁਟਸ ਨੂੰ ਕੰਬਾਈਨ ਕਰ ਦਾਂਗੇ ਉਹ ਮੇਰੇ ਕੋਲ ਇੱਕੋ ਇਨਪੁਟ ਬਣ ਜਾਏਗੀ। ਕਲੀਅਰ। ਹੁਣ ਮੰਨ ਲਓ ਇੱਥੇ ਮੈਂ ਇਨਪੁਟ x ਦਿੱਤੀ ਹੈ ਤੇ ਆਊਟਪੁੱਟ ਕੀ ਆ ਜਾਏਗੀ, ਮੇਰੇ ਕੋਲ x ਬਾਰ ਆ ਜਾਏਗੀ। ਕਲੀਅਰ। ਸੋ ਦੈਟ ਮੀਨਸ ਅਗਰ ਮੈਂ x ਦਿੱਤੀ ਹੈ ਇਸ ਇਨਪੁਟ ਤੇ ਵੀ x ਜਾਏਗੀ ਔਰ ਇਸ ਇਨਪੁਟ ਤੇ ਵੀ x ਜਾਏਗੀ। ਔਰ x ਇੰਟੂ x ਕੀ ਹੁੰਦਾ, ਆਪਣੇ ਕੋਲ ਇਹ ਰੂਲਸ ਹੈਗੇ ਜਿਹੜੇ ਕਿ ਆਪਾਂ ਨੈਕਸਟ ਚੈਪਟਰ ਵਿੱਚ ਡਿਸਕਸ ਕਰਾਂਗੇ। ਬਟ ਰਾਈਟ ਨਾਓ ਯਾਦ ਰੱਖਣਾ ਕਿ ਜਦੋਂ ਵੀ ਆਪਾਂ ਵੇਰੀਏਬਲ ਨੂੰ ਆਪਣੇ ਇਟਸੈਲਫ ਮਲਟੀਪਲਾਈ ਕਰਦੇ ਹਾਂ ਤੇ ਦੈਨ ਆਪਣੇ ਕੋਲ ਆਊਟਪੁੱਟ ਵੇਰੀਏਬਲ ਇਟਸੈਲਫ ਹੀ ਆਉਂਦਾ ਹੈ। ਸੋ ਆਲਵੇਜ਼ x ਇੰਟੂ x ਇਜ਼ ਇਕੁਅਲ ਟੂ ਕੀ ਹੋਏਗਾ, x ਹੋਏਗਾ। ਸੋ ਇਹ ਆਪਾਂ ਨੂੰ ਪਤਾ ਹੈ ਕਿ ਜਿਹੜਾ ਨੈਂਡ ਗੇਟ ਹੈ ਕੀ ਕਰਦਾ, ਬੇਸਿਕਲੀ ਮਲਟੀਪਲਾਈ ਕਰਦਾ ਹੈ। ਸੋ ਮਲਟੀਪਲਾਈ ਕੀਤਾ x ਇੰਟੂ x, ਉਹ ਕੀ ਬਣ ਗਿਆ, ਮੇਰੇ ਕੋਲ x ਬਣ ਗਿਆ ਔਰ ਬੱਬਲ ਲੱਗਿਆ ਉਹਨੇ ਉੱਪਰ ਕੀ ਕਰਤੀ, ਬਾਰ ਪਲੇਸ ਬਣ ਗਈ। ਸੋ ਜੋ ਆਪਾਂ ਇਨਪੁਟ ਦਿੱਤੀ ਸੀ ਉਹਨੇ ਕੀ ਕਰਾ, ਉਹਨੇ ਕੰਪਲੀਮੈਂਟ ਕਰਤਾ। तो सेम अपने को ਜਿਹੜਾ नॉट गेट है यही काम कर रहा। ਹੁਣ ਤੁਸੀਂ ਦੇਖ ਸਕਦੇ ਹੋ ਕਿ ਯੂਜ਼ ਕੀਤਾ ਆਪਾਂ ਨੈਂਡ ਗੇਟ ਲੇਕਿਨ ਇਹ ਕੰਮ ਕਿਹੜਾ ਕਰ ਰਿਹਾ, ਆਪਣੇ ਕੋਲ ਨॉट गेट ਕਰ ਰਿਹਾ, ਜਿਸ ਕਰਕੇ ਆਪਾਂ ਨੂੰ ਕਹਿੰਦੇ ਹਾਂ ਕਿ ਥੀਸ ਆਰ ਦਾ ਯੂਨੀਵਰਸਲ ਗੇਟਸ। ਕਲੀਅਰ। ਸੋ ਪਹਿਲਾਂ ਤੁਹਾਨੂੰ ਆਈਡੀਆ ਕਲੀਅਰ ਹੋਣਾ ਚਾਹੀਦਾ ਹੈ ਕਿ ਕਿਹੜਾ ਗੇਟ ਆਪਾਂ ਕਨਵਰਟ ਕਰਨਾ ਹੈ। ਠੀਕ ਹੈ, ਉਹਦਾ ਅਗਰ ਬੇਸਿਕ ਕੰਸੈਪਟ ਕਲੀਅਰ ਹੋਏਗਾ ਦੈਨ ਹੀ ਤੁਸੀਂ ਨੈਂਡ ਗੇਟ ਯੂਜ਼ ਕਰਕੇ ਉਹਦਾ ਫੰਕਸ਼ਨ ਨੂੰ ਪਰਫਾਰਮ ਕਰ ਸਕਦੇ। ਸੋ ਆਈ ਰਿਪੀਟ ਅਗੇਨ, ਨॉट गेट ਵਿੱਚ ਕੀ ਹੋਏਗਾ, ਆਪਾਂ ਨੂੰ ਪਹਿਲੀ ਗੱਲ ਤਾਂ ਇੱਕ ਇਨਪੁਟ ਚਾਹੀਦੀ ਹੈ। ਸੋ ਆਪਾਂ ਯੂਜ਼ ਕੀ ਕਰਨਾ ਹੈ, ਨੈਂਡ ਗੇਟ। ਇੱਕ ਇਨਪੁਟ ਬਣਾਉਣ ਲਈ ਦੋਨਾਂ ਇਨਪੁਟਸ ਨੂੰ ਆਪਾਂ ਕੰਬਾਈਨ ਕਰ ਦਾਂਗੇ। ਜਦੋਂ ਆਪਾਂ ਕੰਬਾਈਨ ਕਰ ਦਾਂਗੇ ਆਪਣੇ ਕੋਲ ਸਿੰਗਲ ਇਨਪੁਟ ਬਣ ਜਾਏਗੀ। ਔਰ ਜਦੋਂ ਆਪਾਂ ਇਨਪੁਟ ਦੇਵਾਂਗੇ, ਮੰਨ ਲਓ ਇੱਥੇ ਮੈਂ x ਇਨਪੁਟ ਦਿੱਤੀ ਹੈ, ਇਹ x ਇਨਪੁਟ ਇਸ ਇਨਪੁਟ ਤੇ ਵੀ ਜਾਏਗੀ ਔਰ ਇਸ ਇਨਪੁਟ ਤੇ ਵੀ ਜਾਏਗੀ। ਔਰ ਆਪਣੇ ਕੋਲ ਇੱਕ ਰੂਲ ਹੁੰਦਾ ਹੈ x ਇੰਟੂ x ਦਾ ਮਤਲਬ ਕੀ ਹੁੰਦਾ, x ਹੁੰਦਾ ਹੈ। ਔਰ ਆਪਾਂ ਨੂੰ ਪਤਾ ਹੈ ਕਿ ਜਿਹੜਾ ਨੈਂਡ ਗੇਟ ਹੈ ਬੇਸਿਕਲੀ ਐਂਡ ਗੇਟ ਤੋਂ ਹੀ ਬਣਿਆ ਹੋਇਆ। ਐਂਡ ਗੇਟ ਕੀ ਕਰਦਾ ਹੈ, ਜੋ ਵੀ ਇਨਪੁਟਸ ਆਉਂਦੀਆਂ ਉਹਨੂੰ ਮਲਟੀਪਲਾਈ ਕਰ ਦਿੰਦਾ ਹੈ। ਸੋ ਉਹਨੇ ਮਲਟੀਪਲਾਈ ਕੀਤਾ x ਇੰਟੂ x ਕੀ ਹੋ ਮਲਟੀਪਲਾਈ ਕਰਤਾ। ਔਰ ਰੂਲ ਕੀ ਹੁੰਦਾ ਆਪਣੇ ਕੋਲ, x ਇੰਟੂ x ਕੀ ਹੁੰਦਾ, x ਕੀ ਬਣ ਗਿਆ, ਆਪਣੇ ਕੋਲ x ਬਣ ਗਿਆ। ਬੱਬਲ ਲੱਗਿਆ, ਬੱਬਲ ਕੀ ਕਰੇਗਾ, ਜੋ ਵੀ ਇਨਪੁਟ ਆਏਗੀ ਉਹਦੇ ਕੀ ਬਾਰ ਪਲੇਸ ਕਰ ਦੇਗਾ, ਕੰਪਲੀਮੈਂਟ ਫਾਰਮ ਦੇ ਵਿੱਚ ਲਏਗਾ। ਸੋ ਕੀ ਬਣ ਗਿਆ ਆਪਣੇ ਕੋਲ x ਬਾਰ। ਹੁਣ ਤੁਸੀਂ ਦੇਖ ਸਕਦੇ ਹੋ ਕਿ ਯੂਜ਼ ਮੈਂ ਨੈਂਡ ਗੇਟ ਕੀਤਾ ਹੈ ਬਟ ਉਹ ਕੰਮ ਕਿਹੜਾ ਕਰਦਾ ਹੈ, ਨॉट गेट ਦਾ। ਕਲੀਅਰ। ਨੈਕਸਟ ਆਪਣੇ ਕੋਲ ਹੈ ਨੈਂਡ ਗੇਟ ਐਜ਼ ਅ ਐਂਡ ਗੇਟ। ਦੈਟ ਮੀਨਸ ਕੀ ਹੈ, ਹੁਣ ਆਪਾਂ ਯੂਜ਼ ਕਰਾਂਗੇ ਨੈਂਡ ਗੇਟ ਲੇਕਿਨ ਉਹ ਕੰਮ ਕਿਹੜਾ ਕਰੇਗਾ, ਐਂਡ ਗੇਟ ਦਾ ਕੰਮ ਕਰੇਗਾ। ਸੋ ਐਂਡ ਗੇਟ ਦਾ ਆਪਣੇ ਕੋਲ ਸਿੰਬਲ ਇਹ ਵਾਲਾ ਹੁੰਦਾ ਹੈ ਔਰ ਉਹਨੂੰ ਕੀ ਦੋ ਇਨਪੁਟ ਚਾਹੀਦੀਆਂ ਹੈ ਔਰ ਉਹਦਾ ਐਕਸਪ੍ਰੈਸ਼ਨ ਕੀ ਹੁੰਦਾ, x ਡਾਟ y, x ਮਲਟੀਪਲਾਈ y। ਆਪਾਂ ਨੂੰ ਨੈਂਡ ਗੇਟ ਇਸ ਤਰੀਕੇ ਨਾਲ ਯੂਜ਼ ਕਰਨਾ ਹੈ ਕਿ ਉਹਦੀ ਆਊਟਪੁੱਟ ਹੈ x ਡਾਟ y ਹੋਣੀ ਚਾਹੀਦੀ ਹੈ, x ਇੰਟੂ y ਹੋਣੀ ਚਾਹੀਦੀ ਹੈ। ਸੋ ਕੀ ਕਰਾਂਗੇ ਆਪਾਂ, ਇੱਕ ਆਪਾਂ ਨੈਂਡ ਗੇਟ ਯੂਜ਼ ਕਰ ਲਿਆ, ਮੰਨ ਲਓ ਨਾਮ ਦੇਤਾ G1 ਔਰ ਇੱਕ ਇਨਪੁਟ ਦੇਤੀ x ਔਰ ਦੂਜੀ ਦੇਤੀ ਆਪਾਂ y, ਬਿਕੋਜ਼ ਆਪਾਂ ਨੂੰ ਪਤਾ ਹੈ ਕਿ ਨੈਂਡ ਗੇਟ ਦੀਆਂ ਦੋ ਇਨਪੁਟਸ ਹੁੰਦੀਆਂ। ਔਰ ਸਿਮਿਲਰਲੀ ਜਿਹੜਾ ਆਪਣੇ ਕੋਲ ਨੈਂਡ ਗੇਟ ਹੈ ਕੀ ਕਰਦਾ, ਜੋ ਵੀ ਇਨਪੁਟਸ ਆਉਂਦੀਆਂ ਉਹਨਾਂ ਨੂੰ ਮਲਟੀਪਲਾਈ ਕਰ ਦਿੰਦਾ ਔਰ ਉੱਪਰ ਕੀ ਕਰ ਦਿੰਦਾ ਹੈ, ਬਾਰ ਪਲੇਸ ਕਰ ਦਿੰਦਾ ਹੈ। ਕਲੀਅਰ। ਹੁਣ ਬਟ ਆਪਣੇ ਕੋਲ ਕੀ ਆ ਗਿਆ, x ਬਾਰ, ਬਟ ਆਪਾਂ ਨੂੰ ਕੀ ਚਾਹੀਦਾ ਹੈ, x ਇੰਟੂ y। ਦੈਟ ਮੀਨਸ ਸਾਨੂੰ ਬਾਰ ਨਹੀਂ ਚਾਹੀਦੀ ਹੈ। ਤਾਂ ਉਹ ਖਤਮ ਕਰਨ ਲਈ ਕੀ ਲਗਾਤਾ, ਅੱਗੇ ਆਪਾਂ ਇਹ ਵਾਲਾ ਜਿਹੜਾ ਗੇਟ ਹੈ ਜਿਹੜਾ ਕਿ ਐਜ਼ ਏ ਨॉट गेट ਕੰਮ ਕਰਦਾ, ਇਹਦੇ ਅੱਗੇ ਕੀ ਲਗਾਤਾ, ਆਪਾਂ नॉट गेट ਲਗਾਤਾ। ਹੁਣ ਦੇਖੋ ਐਕਸ ਵਾਈ ਵਾਰ ਜਿਹੜਾ ਹੈ ਇਸ ਗੇਟ ਦੀ G1 ਦੀ ਗੇਟ ਦੀ ਆਊਟਪੁੱਟ ਹੈ, ਜਦੋਂ ਇਹ ਵਾਲੀ ਆਊਟਪੁੱਟ ਇਸ ਗੇਟ ਦੀ ਇਨਪੁੱਟ ਬਣੇਗੀ ਕਿਉਂਕਿ ਆਪਣੇ ਐਜ਼ ਏ ਨॉट गेट ਯੂਜ਼ ਕਰ ਰਹੇ ਹਾਂ। ਆਪਾਂ ਨੂੰ ਪਤਾ ਹੈ ਕਿ नॉट गेट ਕੀ ਕਰਦਾ ਹੈ, ਆਪਣੇ ਕੋਲ ਜੋ ਵੀ ਇਨਪੁੱਟ ਆਉਂਦੀ ਉਹਨੂੰ ਕੰਪਲੀਮੈਂਟ ਫਾਰਮ ਦੇ ਵਿੱਚ ਲੈ ਆਉਂਦਾ ਹੈ। ਸੋ ਅਗਰ ਆਪਾਂ ਐਕਸ ਵਾਈ ਅਪਲਾਈ ਕੀਤਾ, ਇੱਧਰ ਵੀ ਐਕਸ ਵਾਈ ਆਏਗਾ ਵਾਰ ਆਏਗਾ, ਇੱਧਰ ਵੀ ਐਕਸ ਵਾਈ ਆਏਗਾ। ਸੋ ਐਕਸ ਵਾਈ ਇੰਟੂ ਐਕਸ ਵਾਈ ਬਾਰ ਬਣ ਗਿਆ। ਆਪਣੇ ਅਗਰ ਇਹ ਗੇਟ ਯੂਜ਼ ਕਰੀਏ, ਇਹ ਕੀ ਕਰੇਗਾ, ਜੋ ਵੀ ਇਨਪੁੱਟ ਆਏਗੀ ਉਹਨੂੰ ਕੀ ਕਰ ਦੇਗਾ, ਮਲਟੀਪਲਾਈ ਕਰ ਦੇਗਾ। ਸੋ ਕੀ ਕਰ ਰਿਹਾ, ਐਕਸ ਵਾਈ ਦੀ ਬਾਰ ਆ ਗਈ ਇੰਟੂ ਐਕਸ ਵਾਈ ਦੀ ਬਾਰ ਆ ਗਈ, ਇਹ ਇਨਪੁੱਟ ਆ ਗਈਆਂ। ਉੱਪਰ ਕੀ ਲੱਗਿਆ ਹੈ, ਬੱਬਲ ਲੱਗਿਆ, ਉਹਨੂੰ ਉੱਪਰ ਕੀ ਕਰਤੀ, ਬਾਰ ਪਲੇਸ ਕਰਤੀ ਹੈ।
ਜਦੋਂ ਆਪਣੇ ਕੋਲ ਕਿਸੇ ਵੀ ਐਕਸਪ੍ਰੈਸ਼ਨ ਦੇ ਉੱਪਰ ਕਾਮਨ ਬਾਰ ਆ ਜਾਂਦੀ ਹੈ, ਉੱਥੇ ਆਪਾਂ ਡੀ ਮੋਰਗਨ ਥਿਊਰਮ ਅਪਲਾਈ ਕਰ ਸਕਦੇ ਹਾਂ। ਡੀ ਮੋਰਗਨ ਥਿਊਰਮ ਕੀ ਕਹਿੰਦੀ ਹੈ, ਜਦੋਂ ਵੀ ਆਪਣੇ ਕੋਲ ਐਕਸਪ੍ਰੈਸ਼ਨ ਦੇ ਉੱਪਰ ਕਾਮਨ ਬਾਰ ਆਏਗੀ ਦੈਨ ਜਿਹੜੀ ਬਾਰ ਹੈ ਉਹ ਡਿਵਾਈਡ ਹੋ ਜਾਏਗੀ ਔਨ ਇੰਡੀਵਿਜੂਅਲ ਵੇਰੀਏਬਲ। ਮੰਨ ਲਓ ਇੱਕ ਮੇਰੇ ਕੋਲ ਇਹ ਵੇਰੀਏਬਲ ਹੈ ਐਕਸ ਵਾਈ ਦੀ ਬਾਰ ਹੈ, ਦੂਜਾ ਮੇਰੇ ਕੋਲ ਅਗੇਨ ਐਕਸ ਵਾਈ ਦੀ ਬਾਰ ਹੈ। ਸੋ ਉੱਪਰਲੀ ਬਾਰ ਕੀ ਹੈ, ਡਿਵਾਈਡ ਹੋ ਜਾਏਗੀ। ਐਕਸ ਵਾਈ ਬਾਰ ਤਾਂ ਆਪਣੇ ਕੋਲ ਸੀਗਾ, ਇਹ ਡਿਵਾਈਡ ਹੋ ਗਈ, ਇੱਥੇ ਵੀ ਬਾਰ ਆ ਗਈ। ਸਿਮਿਲਰਲੀ ਡਾਟ ਐਕਸ ਵਾਈ, ਇੱਥੇ ਵੀ ਆਪਣੇ ਕੋਲ ਕੀ ਆ ਗਈ, ਬਾਰ ਆ ਗਈ। ਕਲੀਅਰ। ਸੋ ਇੱਥੇ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਹਾਂ ਕਿ ਜਦੋਂ ਵੀ ਆਪਾਂ ਨੈਂਡ ਗੇਟ ਤੋਂ ਆਪਾਂ ਐਂਡ ਗੇਟ ਦਾ ਕੰਮ ਲੈਣਾ ਹੈ, ਪਹਿਲੀ ਗੱਲ ਸਾਨੂੰ ਐਂਡ ਗੇਟ ਦਾ ਪਤਾ ਹੋਣਾ ਚਾਹੀਦਾ ਹੈ। ਐਂਡ ਗੇਟ ਦਾ ਐਕਸਪ੍ਰੈਸ਼ਨ ਕੀ ਹੈ, ਡੈਟ ਮੀਨਸ ਕਿੱਦਾਂ ਦੀ ਆਊਟਪੁੱਟ ਪ੍ਰੋਡਿਊਸ ਕਰਦਾ ਹੈ। ਆਊਟਪੁੱਟ ਕਿਹੜੀ ਪ੍ਰੋਡਿਊਸ ਕਰਦਾ ਹੈ, ਉਹ x ਇੰਟੂ ਵਾਈ ਬਾਰ। ਕਲੀਅਰ। ਸੋ ਆਪਾਂ ਨੈਂਡ ਗੇਟ ਯੂਜ਼ ਕਰਾਂਗੇ ਔਰ ਆਪਾਂ ਨੂੰ ਆਊਟਪੁੱਟ ਕਿਹੜੀ ਹੋਣੀ ਚਾਹੀਦੀ, x ਇੰਟੂ ਵਾਈ ਬਾਰ। ਸੋ ਕੀ ਕੀਤਾ, ਇੱਕ ਮੈਂ ਨੈਂਡ ਗੇਟ ਲੈ ਲਿਆ, ਇੱਕ ਇਨਪੁਟ ਦੇਤੀ x ਔਰ ਦੂਜੀ ਦੇਤੀ ਆਪਾਂ y। ਆਪਾਂ ਨੂੰ ਪਤਾ ਹੈ ਕਿ ਜਿਹੜਾ ਨੈਂਡ ਗੇਟ ਹੈ ਜੋ ਵੀ ਇਨਪੁਟਸ ਆਉਂਦੀਆਂ ਉਹਨੂੰ ਮਲਟੀਪਲਾਈ ਕਰਦਾ ਹੈ ਔਰ ਇਹ ਉੱਪਰ ਬਾਰ ਪਲੇਸ ਕਰ ਦਿੰਦਾ, ਉਹਨੂੰ ਕੰਪਲੀਮੈਂਟ ਫਾਰਮ ਦੇ ਵਿੱਚ ਲੈ ਆਉਂਦਾ ਹੈ। ਸੋ x ਐਂਡ y ਨੂੰ ਮਲਟੀਪਲਾਈ ਕੀਤਾ ਔਰ ਉੱਪਰ ਕੀ ਆ ਗਈ, ਆਪਣੇ ਕੋਲ ਬਾਰ ਆ ਗਈ। ਸੋ ਉਹਦੇ ਅੱਗੇ ਕੀ ਲਗਾਤਾ ਆਪਾਂ, ਅੱਗੇ ਇੱਕ ਹੋਰ ਨੈਂਡ ਗੇਟ ਲਗਾਤਾ ਜਿਹਦਾ ਨਾਮ ਦੇਤਾ ਆਪਾਂ G2, ਜਿੱਦਾਂ ਕਿ ਆਪਾਂ ਸੇਮ ਆਹੀ ਫੰਡਾ ਯੂਜ਼ ਕਰ ਰਹੇ ਹਾਂ ਆਪਾਂ। ਨਾਓ ਇਨ ਦਿਸ ਕੇਸ ਕੀ ਹੋਏਗਾ, ਆਪਣੇ ਕੋਲ ਇੱਕ ਇਨਪੁਟ ਆਪਣੇ ਕੋਲ ਇੱਦਾਂ ਚੱਲ ਜਾਏਗੀ ਐਕਸ ਵਾਈ ਬਾਰ, ਸੇਮ ਇਨਪੁਟ ਆਪਣੇ ਕੋਲ ਇੱਧਰ ਵੀ ਚੱਲ ਜਾਏਗੀ। ਠੀਕ ਹੈ। ਔਰ ਦੈਨ ਆਪਣੇ ਕੋਲ ਕੀ ਹੋਏਗਾ, ਜਿਹੜਾ ਇਹ ਨੈਂਡ ਗੇਟ ਹੈ ਕੀ ਕਰੇਗਾ, ਦੋਨਾਂ ਇਨਪੁਟਸ ਨੂੰ ਕੀ ਕਰੇਗਾ, ਮਲਟੀਪਲਾਈ ਕਰੇਗਾ। ਕੀ ਆ ਜਾਏਗਾ ਆਪਣੇ ਕੋਲ, ਐਕਸ ਵਾਈ ਦੀ ਬਾਰ ਡਾਟ ਦੂਸਰਾ ਕੀ ਹੋ ਗਿਆ, ਐਕਸ ਵਾਈ ਦੀ ਬਾਰ। ਅੱਗੇ ਕੀ ਲੱਗਿਆ ਆਪਣੇ ਕੋਲ, ਬੱਬਲ ਲੱਗਿਆ ਹੋਇਆ ਹੈ, ਉਹ ਕੀ ਕਰ ਦੇਗਾ ਆਪਣੇ ਕੋਲ, ਇਹ ਉਹਦੇ ਉੱਪਰ ਟੋਟਲ ਦੇ ਉੱਪਰ ਕੀ ਕਰ ਦੇਗਾ, ਕੰਪਲੀਟ ਐਕਸਪ੍ਰੈਸ਼ਨ ਦੇ ਉੱਪਰ ਕੀ ਕਰਦਾ, ਬਾਰ ਪਲੇਸ ਕਰ ਦੇਗਾ। ਜਦੋਂ ਵੀ ਆਪਣੇ ਕੋਲ ਉੱਪਰ ਐਕਸਪ੍ਰੈਸ਼ਨ ਦੇ ਉੱਪਰ ਹੋਰ ਬਾਰ ਆ ਜਾਂਦੀ ਹੈ, ਉੱਥੇ ਡੀ ਮੋਰਗਨ ਥਿਊਰਮ ਲੱਗਦੀ ਹੈ। ਇਹ ਆਪਾਂ ਨੈਕਸਟ ਚੈਪਟਰ ਵਿੱਚ ਡਿਸਕਸ ਕਰਾਂਗੇ ਇਨ ਡਿਟੇਲ, ਡੀ ਮੋਰਗਨ ਥਿਊਰਮ ਕੀ ਆ, ਉਦੋਂ ਆਪਾਂ ਨੂੰ ਇਹ ਕੰਸੈਪਟ ਕਲੀਅਰ ਹੋ ਜਾਏਗਾ। ਬਟ ਰਾਈਟ ਨਾਓ ਕੀ ਹੋਏਗਾ, ਸਮਝ ਲਓ ਕਿ ਜਦੋਂ ਵੀ ਆਪਣੇ ਕੋਲ ਡੀ ਮੋਰਗਨ ਥਿਊਰਮ ਅਪਲਾਈ ਕਰਨੀ ਹੈ, ਉਹ ਕੀ ਕਹਿੰਦੀ ਹੈ ਕਿ ਅਗਰ ਕਿਸੇ ਵੀ ਐਕਸਪ੍ਰੈਸ਼ਨ ਦੇ ਉੱਪਰ ਹੋਲ ਬਾਰ ਹੈ ਤਾਂ ਜਿਹੜੀ ਆਪਣੇ ਕੋਲ ਬਾਰ ਹੋਏਗੀ ਉਹ ਇੰਡੀਵਿਜੂਅਲ ਵੇਰੀਏਬਲ ਕੀ ਹੋ ਜਾਏਗੀ, ਡਿਵਾਈਡ ਹੋ ਜਾਏਗੀ। ਔਰ ਨਾਲ ਦੀ ਨਾਲ ਕੀ ਕਹਿ ਰਿਹਾ ਹੈ, ਅਗਰ ਵੇਰੀਏਬਲ ਵਿੱਚ ਐਂਡ ਆਪਰੇਸ਼ਨ ਹੋ ਰਿਹਾ ਤੇ ਉਹ ਔਰ ਵਿੱਚ ਕਨਵਰਟ ਹੋ ਜਾਏਗਾ, ਅਗਰ ਔਰ ਆਪਰੇਸ਼ਨ ਹੋਏਗਾ ਤਾਂ ਉਹ ਐਂਡ ਵਿੱਚ ਕਨਵਰਟ ਹੋ ਜਾਏਗਾ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੋਨਾਂ ਦੇ ਵਿੱਚ ਆਪਣੇ ਕੋਲ ਆਪਰੇਸ਼ਨ ਕਿਹੜਾ ਹੋ ਰਿਹਾ ਹੈ, ਐਂਡ ਆਪਰੇਸ਼ਨ ਹੋ ਰਿਹਾ ਹੈ। ਤਾਂ ਇਹ ਐਂਡ ਕਿਹੜੇ ਵਿੱਚ ਕਨਵਰਟ ਹੋ ਜਾਏਗਾ, ਔਰ ਵਿੱਚ ਕਨਵਰਟ ਹੋ ਜਾਏਗਾ, ਲਾਈਕ ਦਿਸ। ਹੁਣ ਇਹ ਜਿਹੜੀ ਉੱਪਰਲੀ ਬਾਰ ਸੀ ਇਹ ਡਿਵਾਈਡ ਹੋ ਗਈ ਇੰਡੀਵਿਜੂਅਲ ਵੇਰੀਏਬਲ ਉੱਪਰ, ਐਕਸ ਵਾਈ ਦੀ ਬਾਰ ਉੱਪਰ ਇਹ ਬਾਰ ਆ ਗਈ। ਦੈਨ ਡਾਟ ਦਾ ਕੀ ਬਣ ਗਿਆ ਮੇਰੇ ਕੋਲ, ਪਲੱਸ, ਦੈਟ ਮੀਨਸ ਐਂਡ ਆਪਰੇਸ਼ਨ ਦਾ ਕੀ ਬਣ ਗਿਆ ਮੇਰੇ ਕੋਲ, ਔਰ ਆਪਰੇਸ਼ਨ ਬਣ ਗਿਆ। ਐਂਡ ਸਿਮਿਲਰਲੀ ਐਕਸ ਵਾਈ ਬਾਰ ਦੇ ਉੱਪਰ ਵੀ ਕੀ ਆ ਗਈ, ਆਪਣੇ ਕੋਲ ਬਾਰ ਆ ਗਈ। ਹੁਣ ਕੀ ਬਣ ਗਿਆ, ਐਕਸ ਵਾਈ ਦੀ ਡਬਲ ਬਾਰ ਪਲੱਸ ਐਕਸ ਵਾਈ ਦੀ ਡਬਲ ਬਾਰ। ਇੱਕ ਆਪਣੇ ਕੋਲ ਰੂਲ ਹੁੰਦਾ ਹੈ, ਅਗਰ ਕਿਸੇ ਵੀ ਵੇਰੀਏਬਲ ਉੱਪਰ ਡਬਲ ਬਾਰ ਹੋਏਗੀ, ਇੰਡੀਪੈਂਡੈਂਟ ਲॉ ਕਹਿੰਦੇ हैं, तो बार बार कैंसल हो जाएगी, वेरिएबल इटसेल्फ रह जाएगा। तो इन दिस केस बार बार की हो जाएगी अपने को कैंसल हो जाएगी। सो की रह गया अपने को एक्स वाई प्लस एक्स वाई। और एक अपने को रूल होंगे है एक्स प्लस एक्स इज इक्वल टू एक्स। अगर वेरीएबल अपने आप दे विच ही लॉजिकली और हो रहा है तो आउटपुट अपने को वेरीएबल इटसेल्फ आएगी। देखो ये वेरीएबल सेम है, एक्स वाई इधर भी है एक्स वाई है और इधर भी एक्स वाई है। सो दोनों ही सेम है, तो इहदी जगह ते की आ जाएगा अपने को सिंपल एक्स वाई आ जाएगा। ठीक है ना, तुम देख सकते हो कि एंड गेट की आउटपुट की आ रही थी मेरे को एक्स इंटू वाई। हम जो आप नैंड गेट इस तरीके आप इंटरकनैक्ट किया तो अपने को आउटपुट की आ रही है एक्स डॉट वाई। नाउ हम जो ये वाला सर्किट है ये काम किहड़ा करेगा, एंड गेट का काम करेगा। नो डाउट कि गेट किहड़े लगे हुए अपने को नैंड गेट लगे हुए हैं, बट काम किहड़ा कर रहे हो एज आ एंड गेट काम कर रहे हैं। सो इसलिए आप क्या सीगा कि यूनीवर्सल गेट का प्रॉपर्टी का मतलब ये है कि सिर्फ आप पर्टिकुलर यूनीवर्सल गेट यूज़ करके कोई भी फंक्शन जो है आप परफॉर्म कर सकते। देख सकते हो कि होर कोई भी गेट ये आप यूज़ नहीं कर रहे, सिर्फ आप नैंड गेट ही यूज़ कर रहे हैं। ठीक है। सो पहला हो गया नैंड गेट एज आ नॉट गेट, एक गेट लगे है। दैन नैंड गेट एज आ एंड गेट, दो गेट लगे है। दैन थर्ड है अपने को नैंड गेट एज आ और गेट। हुण की करांगे आप नैंड गेट यूज़ करके उस तो आप और गेट का जो फंक्शन है परफॉर्म करावांगे। तो और गेट अपने को सिंबल की आउटपुट की होंगी है, एक्सप्रैशन की होंगे है एक्स प्लस वाई। ठीक है, दैट मीनस आप नैंड गेट इस तरीके कनैक्ट करने एक दूजे नाल कि जी मेरी आउटपुट है वो एक्स प्लस वाई है। सो की करांगे अपने को, सो हम नाउ इस तरीके आप करांगे दो गेट यूज़ करांगे नैंड गेट G1 एज वेल एज G2 एज आ नॉट गेट यूज़ करांगे। एक साइड आप इनपुट एक्स देती है, दूजे गेट में आप इनपुट वाई देती है। सो अपन पता है कि एज ए नॉट गेट काम करेगा तो की करेगा इनपुट को कॉम्पलीमेंट कर देगा। इतने अपने को एक्स बार आ गया और इतने अपने को आ गया वाई बार आ गया। फर्दर जी अपने को आउटपुट्स है वो नैक्सट जो गेट 3 होएगा नैंड गेट वो की बन जाएगियाँ इनपुट्स बन जाएगियाँ। और अपन पता है कि जोड़ा नैंड गेट होंदा है वो जो भी इनपुट्स आउंदियां है उन्होंने की कर देंदा है मल्टीप्लाई कर देंदा है। इनपुट्स किहड़ियां आ रही हैं एक्स बार तो वाई बार,
और ਉਹਦੇ ਉੱਪਰ ਬੱਬਲ ਲੱਗਿਆ ਹੋਇਆ ਔਰ ਉੱਪਰ ਕੀ ਕਰ ਦੇਗਾ ਬਾਰ ਪਲੇਸ ਕਰ ਦੇਗਾ। ਸੋ ਕੀ ਬਣਿਆ ਆਪਣੇ ਕੋਲ x ਬਾਰ ਇੰਟੂ y ਬਾਰ ਬਣ ਗਿਆ। ਠੀਕ ਹੈ, ਦੈਟ ਮੀਨਸ ਕੀ ਹੋਏਗਾ ਆਪਣੇ ਕੋਲ, ਧਿਆਨ ਨਾਲ ਦੇਖੋ, x ਬਾਰ ਇੰਟੂ y ਬਾਰ ਮਲਟੀਪਲਾਈ ਕੀਤਾ, ਕੀ ਬਣ ਗਿਆ x ਬਾਰ ਐਂਡ y ਬਾਰ। ਅੱਗੇ ਕੀ ਲੱਗਿਆ ਹੈ, ਬੱਬਲ ਲੱਗਿਆ ਹੋਇਆ ਹੈ, ਦੈਨ ਉੱਪਰ ਕੀ ਕਰਤੀ ਉਹਨੇ ਬਾਰ ਪਲੇਸ ਕਰਤੀ। ਅਗੇਨ ਆਪਣੇ ਕੋਲ ਇੱਥੇ ਡੀ ਮੋਰਗਨ ਥਿਊਰਮ ਲੱਗੇਗੀ। ਸੋ ਕੀ ਹੋਏਗਾ ਆਪਣੇ ਕੋਲ, ਬਾਰ ਡਿਵਾਈਡ ਹੋ ਜਾਏਗੀ, ਇਸ ਤਰੀਕੇ ਨਾਲ ਬਾਰ ਡਿਵਾਈਡ ਹੋ ਗਈ ਹੈ ਔਰ ਜਿਹੜਾ ਵਿੱਚ ਆਪਰੇਸ਼ਨ ਹੋਏਗਾ ਉਹ ਚੇਂਜ ਹੋਗਾ। ਇੱਥੇ ਆਪਣੇ ਕੋਲ ਐਂਡ ਆਪਰੇਸ਼ਨ ਹੋ ਰਿਹਾ ਹੈ, ਉਹ ਕਿਸ ਕਨਵਰਟ ਹੋ ਗਿਆ, ਔਰ ਵਿੱਚ ਕਨਵਰਟ ਹੋ ਗਿਆ। ਔਰ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਆਪਣੇ ਕੋਲ ਕਿਸੇ ਵੀ ਵੇਰੀਏਬਲ ਉੱਪਰ ਡਬਲ ਬਾਰ ਹੋਏਗੀ ਉਹ ਬਾਰ ਬਾਰ ਕੀ ਹੋ ਜਾਏਗੀ, ਕੈਂਸਲ ਹੋ ਜਾਏਗੀ। ਸੋ ਕੀ ਰਹਿ ਜਾਏਗਾ ਆਪਣੇ ਕੋਲ, ਬਾਰ ਬਾਰ ਕੈਂਸਲ ਹੋ ਜਾਏਗੀ, x ਰਹਿ ਜਾਏਗਾ ਪਲੱਸ ਇਹ ਵੀ ਬਾਰ ਬਾਰ ਕੈਂਸਲ, ਕੀ ਰਹਿ ਗਿਆ ਆਪਣੇ ਕੋਲ y ਰਹਿ ਗਿਆ। ਸੋ ਕੀ ਬਣ ਗਿਆ ਮੇਰੇ ਕੋਲ x ਪਲੱਸ y ਬਣ ਗਿਆ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸਰਕਿਟਸ ਹੈ ਇਹ ਕੀ ਕੰਮ ਕਰ ਰਿਹਾ ਹੈ, ਐਜ਼ ਆ ਔਰ ਗੇਟ ਕਰ ਰਿਹਾ ਹੈ। ਠੀਕ ਹੈ, ਹੁਣ ਜਿਹੜਾ ਇਹ ਦੇਖੋ ਧਿਆਨ ਨਾਲ ਲੱਗੇ, ਆਪਣੇ ਕੋਲ ਨੈਂਡ ਗੇਟ ਹੈ ਲੇਕਿਨ ਕੰਮ ਕਿਹੜਾ ਕਰ ਰਿਹਾ ਆਪਣੇ ਕੋਲ, ਇਹ ਔਰ ਗੇਟ ਦਾ ਕਰ ਰਿਹਾ। ਸੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ, ਜਦੋਂ ਵੀ ਆਪਾਂ ਔਰ ਗੇਟ ਨੂੰ ਪਰਫਾਰਮ ਕਰਨਾ ਹੈ ਯੂਜ਼ਿੰਗ ਅ ਨੈਂਡ ਗੇਟ, ਆਪਾਂ ਸਟਾਰਟਿੰਗ ਇਸ ਤਰੀਕੇ ਨਾਲ ਦੋ ਨੈਂਡ ਗੇਟ ਲਵਾਂਗੇ। ਇੱਕ ਦਾ ਨਾਮ ਲਿਖਤਾ G1, ਦੂਜੇ ਦਾ G2 ਰੱਖਤਾ। ਇੱਕ ਇਨਪੁਟ ਦਿੱਤੀ x ਔਰ ਦੂਸਰੇ ਨੂੰ ਇਨਪੁਟ ਦਿੱਤੀ y। ਔਰ ਆਪਾਂ ਨੂੰ ਪਤਾ ਕਿ ਐਜ਼ ਏ ਨॉट ਗੇਟ ਕੰਮ ਕਰ ਰਿਹਾ ਹੈ ਤੇ ਇਨਪੁਟ ਨੂੰ ਕੀ ਕਰ ਦੇਗਾ, ਕੰਪਲੀਮੈਂਟ ਕਰ ਦੇਗਾ। ਸੋ ਕੀ ਬਣ ਗਿਆ x ਬਾਰ। ਸਿਮਿਲਰਲੀ y ਹੈ, y ਨੂੰ ਉਹਨੇ ਕੰਪਲੀਮੈਂਟ ਕਰ ਦੇਣਾ, ਕੀ ਬਣ ਗਿਆ ਮੇਰੇ ਕੋਲ y ਬਾਰ। ਫਰਦਰ ਜਿਹੜੀਆਂ ਇਹ ਦੋਨੇ ਆਊਟਪੁੱਟਸ ਹੈ, ਤੀਜਾ ਗੇਟ ਯੂਜ਼ ਕਰਾਂਗੇ ਨੈਂਡ ਗੇਟ, ਉਹਦੀ ਕੀ ਬਣ ਜਾਏਗੀ, ਇਨਪੁਟ ਬਣ ਜਾਏਗੀ। ਸੋ ਕੀ ਕਰੇਗਾ, ਜੋ ਵੀ ਇਨਪੁਟਸ ਆਏਗੀ ਉਹਨੂੰ ਕੀ ਕਰੇਗਾ, ਮਲਟੀਪਲਾਈ ਕਰੇਗਾ। ਕਿਹੜੀ ਇਨਪੁਟ ਆ ਰਹੀ ਹੈ, x ਬਾਰ ਆ ਰਹੀ ਹੈ, x ਬਾਰ ਲਿਖਤਾ, ਦੈਨ ਮਲਟੀਪਲਾਈ y ਬਾਰ ਆ ਰਹੀ ਹੈ। ਨੈਕਸਟ ਕੀ ਲੱਗਿਆ ਹੋਇਆ ਬੱਬਲ, ਆਪਾਂ ਨੂੰ ਪਤਾ ਹੈ ਕਿ ਉਹ ਉਹਦੇ ਉੱਪਰ ਕੀ ਕਰ ਦੇਗਾ, ਬਾਰ ਪਲੇਸ ਕਰ ਦੇਗਾ। ਸੋ ਜਦੋਂ ਵੀ ਆਪਣੇ ਕੋਲ ਐਕਸਪ੍ਰੈਸ਼ਨ ਉੱਪਰ ਹੋਲ ਬਾਰ ਆ ਜਾਏਗੀ ਉੱਥੇ ਡੀ ਮੋਰਗਨ ਥਿਊਰਮ ਲੱਗੇਗੀ। ਡੀ ਮੋਰਗਨ ਥਿਊਰਮ ਕੀ ਕਹਿੰਦੀ ਹੈ, ਜਿਹੜੀ ਹੋਲ ਬਾਰ ਹੈ ਉਹ ਡਿਵਾਈਡ ਹੋ ਕੇ ਇੰਡੀਵਿਜੂਅਲ ਵੇਰੀਏਬਲ ਉੱਪਰ ਆ ਜਾਏਗੀ ਔਰ ਉਹਦੇ ਵਿੱਚ ਜਿਹੜਾ ਆਪਰੇਸ਼ਨ ਚੇਂਜ ਹੋ ਰਿਹਾ ਹੋਏਗਾ, ਸੌਰੀ ਆਪਰੇਸ਼ਨ ਅਪਲਾਈ ਹੋ ਰਿਹਾ ਹੋਏਗਾ ਉਹ ਚੇਂਜ ਹੋ ਜਾਏਗਾ। ਇਹਦੇ ਵਿੱਚ ਆਪਣੇ ਕੋਲ ਐਂਡ ਆਪਰੇਸ਼ਨ ਸੀ, ਉਹ ਕਿਸ ਕਨਵਰਟ ਹੋ ਗਿਆ ਔਰ। ਅਗਰ ਇੱਥੇ ਔਰ ਹੁੰਦਾ ਤਾਂ ਇੱਥੇ ਆਪਣੇ ਕੋਲ ਕੀ ਆ ਜਾਣਾ ਸੀ, ਐਂਡ ਆ ਜਾਣਾ ਸੀਗਾ। ਸੋ ਬਾਰ ਆਪਣੇ ਕੋਲ ਕੀ ਹੋ ਗਈ, ਡਿਵਾਈਡ ਹੋ ਗਈ। ਸੋ ਆਪਾਂ ਨੂੰ ਲਾਸਟ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਅਗਰ ਆਪਣੇ ਕੋਲ ਕਿਸੇ ਵੇਰੀਏਬਲ ਉੱਪਰ ਡਬਲ ਬਾਰ ਹੋਏਗੀ, इंडिपेंडेंट लॉ होता है तो बार बार की हो जाएगी, कैंसल हो जाएगी, वेरिएबल इटसेल्फ ला जाएगा। सो इन बोथ द केसेस बार बार कैंसल हो जाएगी, की रह जाएगा मेरे को x प्लस वाई। हम तुम देख सकते हो कि जो मेरे को और गेट है वो आउटपुट की आ रही है x प्लस वाई, और लॉजिकल एक्सप्रैशन है। सिमिलरली ए सर्किट का एक्सप्रैशन की मेरे को x प्लस वाई। हम तुम देख सकते हो कि आप यूज़ किए हैं नैंड गेट, लेकिन काम किहड़ा कर रहे हो, और गेट। ध्यान रखना कि सारे के सारे मेरे को नैंड गेट ही लगनगे अगर आप नैंड गेट एज ए यूनीवर्सल गेट यूज़ कर रहे हैं। नैक्सट अपने को है नैंड गेट एज अ नॉर गेट। ये बहुत ईजी है। सो की करेगा अपने को, दिस इज सिंबल ऑफ अ नॉर गेट, और वो की करता है जो भी इनपुट्स आती है उन्होंने दोनों को ऐड कर देता है और उसके ऊपर की कर देता बार प्लेस कर देता है। सो आप सर्किट इस तरीके डिजाइन करांगे विद द हेल्प ऑफ नैंड गेट कि अपने को जो एक्सप्रैशन है या आउटपुट है इस फॉर्म के है। सो ध्यान ना देखो उपर आपको एक्स प्लस वाई तो ऑलरेडी इस सर्किट तो मिलया होया है। सो अगे की लगाना उपर बार चाहिए है। आपको पता है कि अगर किसी भी वेरीएबल अगर आप कॉम्पलीमेंट फॉर्म के लैके आना तो लगे कि आप नॉट गेट लगा देंगे। ठीक है, सो पहली गल तो यह सर्किट एज इट इज इतने यूज़ हो जाएगा लाइक दिस। ठीक है, सो ये अगे की लग जाएगा, नैंड गेट लग जाएगा एज अ नॉट गेट। आपको पता है कि जो भी अपने को नैंड गेट एज ए नॉट गेट काम करेगा, जो भी इनपुट आएगी उन्होंने की कर देगा, कॉम्पलीमेंट कर देगा। सो इनपुट की आ रही है उन्होंने एक्स प्लस वाई आ रही है तो दैन उन्होंने कॉम्पलीमेंट करता, की बन गया एक्स प्लस वाई बार बन गया। ठीक है, तुम देख सकते हो कि जो नॉर गेट है वह एक्सप्रैशन भी यही है एक्स प्लस वाई बार। हम आप देखो गेट इस तरीके इंटरकनैक्ट किए हैं। हम जो ये वाला सर्किट्स है वह परफॉर्म करेगा एज अ नॉर गेट। क्लीयर। सो एक्स प्लस वाई बार इतने भी है, सो इतने भी अपने को दोनों एक्स प्लस वाई बार है। सो इनू कहते आप यूनीवर्सल प्रॉपर्टी ऑफ अ नैंड गेट। डैट मीनस नैंड गेट जोड़ा है कोई भी लॉजिकल फंक्शन होएगा, जो भी बेसिक गेट्स है वो आप विद द हेल्प ऑफ ओनली नैंड गेट परफॉर्म कर सकते हैं। बट इतने ध्यान रखना है कि सारे के सारे अपने को नैंड गेट यूज़ करने हैं। ठीक है, दिस इज़ द वे टू इंटरकनैक्ट। एक छोटा जहा तरीका है इनू याद रखने का। ठीक है, शॉर्टकट कह अगर आप सीक्वेंस याद रख लीए, अगर सानू सीक्वेंस क्लीयर हो जाएगा तो दैन सानू कोई प्रॉब्लम नहीं आएगी। पहला आप यूज़ करांगे नैंड गेट एज अ नॉट गेट, दूजा की होएगा नैंड गेट एज अ एंड गेट। पहले में अपने को एक गेट लगेगा नैंड गेट, दूसरे में अपने को दो लग रहे हैं। ये तुम मैं जस्ट याद करना तरीका दस रहा शॉर्टकट, अगर तुम भूल जाएगा। बट सीक्वेंस याद रखना, पहला नैंड गेट एज अ नॉट गेट बनावांगे, फिर नैंड गेट एज अ एंड गेट बनावांगे। उस तो बाद नैक्सट की बनावांगे आप नैंड गेट एज अ और गेट। फिर दो लगे सी, हुण अपने को कितने लग गए, तीन गेट लग गए। उस तो लास्ट की बनावांगे नैंड गेट एज अ नॉर गेट। हुण अपने को अगे तीन सी, हुण कितने लग गए मेरे को चार लग गए है।
ठीक है। अगर तुहानू ये वाला कंसैप्ट क्लीयर हो जाता है तो सिमिलरली जो नॉर ऑपरेशन भी वो सेम है, जस्ट वो की होएगा सिंबल ही चेंज होंगे, बाकी सारा अपने को होएगा सेम होएगा। सो लैट्स स्टार्ट, देखते हैं कि नॉर गेट जो है किस तरीके नाल अपने को वेरीअस जो बेसिक फंक्शन है परफॉर्म करता है। सो पहला आप यूज़ करेंगे नॉर गेट एज अ नॉट गेट। क्लीयर। सो अपन पता ही नॉट गेट अपन की करता है, जो भी इनपुट उन्होंने कॉम्पलीमेंट कर देता है। जस्ट की किया जिदा आप एंड गेट नैंड गेट किया जस्ट उत्थे की किया अपन हम सिंबल चेंज कर लिया, इतने की लगाता मैं नॉर गेट। अगर तुहानू क्लीयर है याद होएगा हमने आप डिस्कस किया इन दिस केस, देखो इतने आप यूज सिंबल यूज़ किया नैंड गेट का, बाकी सारा सेम एज इट इज आएगा। बट हम आप डिस्कस की करते पे हैं, डैट इज़ नॉर गेट एज अ नॉट गेट। सो आप सिंबल जो यूज़ करा नॉर गेट सिंबल यूज़ करा, और अपन पता है कि नॉट गेट एक इनपुट होंगी, दोनों की करता आप कंबाइन करता। क्लियर। एक्स इनपुट दी है, ये एक्स इधर भी जाएगी और एक्स इधर भी जाएगी, क्योंकि सेम इनपुट जा रही है, इको इनपुट्स है। और अपन पता है कि एक्स प्लस एक्स की होंदा है एक्स होंदा, क्योंकि नॉर गेट की करता है दोनों की करेगा ऐड करेगा, और एक्स प्लस एक्स इज ऑलवेज एक्स होंदा है। ठीक है। सो अपने इतने की बन गया एक्स बन गया, बट अगे की लग्या है बब्बल लग्या होया है, उन्हें की करता और बार प्लेस करती। हम तो देख सकते हो कि जो नॉर गेट है एज ए नॉट गेट की कर रहा है, कम कर रहा है। नॉट गेट का एक्सप्रेशन भी एक्स बार है, कॉम्पलीमेंट फॉर्म आ रही है आउटपुट, और इतने भी अपने को आउटपुट कॉम्पलीमेंट फॉर्म के आ रही है। ठीक है। सिर्फ सिंबल चेंज किया है। सैकेंड है नॉर गेट एज अ और गेट। इन केस ऑफ अ नैंड गेट की किया नैंड गेट एज अ एंड गेट किया, बट इतने सीक्वेंस चेंज हो जाएगा जो आप नॉर गेट यूज़ करेंगे। सैकेंड सीक्वेंस की आएगा नॉर गेट एज अ और गेट। एक लग्या होया हम अपने को लगणगे दो गेट लगणगे सेम वही। सो दिस इज अ एक्सप्रैशन ऑफ अ और गेट, अपन एक्स प्लस वाई चाहिए है। ठीक है। तो दैन सेम जिदा कि आप एंड गेट में यूज़ किया, इतने आप नॉर गेट यूज़ कर रहे हैं। इनपुट की देती एक्स एंड वाई, जो भी इनपुट्स उन्होंने प्लस करेगा और ऊपर की कर देगा बार प्लेस कर देगा। इनपुट में प्लस किया और ऊपर की आ गई बार कर देती। ठीक है। हम अपन ऊपर लास्ट कर चुके हैं कि अगर ये एक होर बार आ जाएगी, बार बार कैंसल हो जाएगा, की रह जाएगा मेरे को एक्स प्लस वाई बार। सो कि इतने अगर आप इतने नॉर गेट लगाइए एज अ नॉट गेट, तो दैन ऑटोमैटिकली की बन जाएगा ये और गेट बन जाएगा। सो ये अगे आप ये नॉट गेट लगाता है। ठीक है। एक इनपुट ना हम जो भी इनपुट जाएगी उन्होंने की कर देगा, वो कॉम्प्लीमेंट कर देगा। इधर भी एक्स प्लस वाई बार गई है, इधर भी एक्स प्लस वाई बार गई है। ठीक है। एक्स प्लस एक्स वाई बार है, डैट मीनस की होएगा ये की ऊपर की आ गई बार। ध्यान ना देखो इनपुट कि जा रही एक्स प्लस वाई बार, दूजी इनपुट की जा रही एक्स प्लस वाई बार। ओके। एक्स प्लस वाई बार एक्स प्लस वाई बार। और ऑड गेट की करता है उन्होंने की कर देता है प्लस कर देता है, लॉजिकली ऐड कर देता है, लॉजिकली ऐड कर देता है। नैक्सट की लगे बब्बल, बब्बल लगे उन्हें की करती बार प्लेस कर देती। ठीक है। जो भी एक्सप्रैशन ऊपर बार प्लेस आएगी उत्थे की लगेगी अपनी डी मॉर्गन थ्योरम। वो की कह रही है जी बार है डिवाइड हो जाएगी और इंडिविजुअल वेरीएबल ऊपर आ जाएगी, और ऑपरेशन की हो जाएगा चेंज हो जाएगा। एंड नैंड गेट के अपने को और एंड ऑपरेशन आ रहा है, इतने अपने को और ऑपरेशन आ रहा है। सो की होएगा अपने को इतने जी अपने को होल बार है डिवाइड हो जाएगी। ठीक है। इंडिविजुअल वेरीएबल ऊपर आ गई, जो ऑपरेशन है चेंज हो गया। इतने अपने को और ऑपरेशन से वो कन्वर्ट हो गया एंड ऑपरेशन कन्वर्ट हो गया। और अपन को पता है कि इन्वोल्यूशन ला जो आप प्रीवियस डिस्कस कर चुके हैं, अगर किसी वेरिएबल ऊपर डबल बार आएगी बार बार कैंसिल हो जाएगी, वेरिएबल इटसेल्फ रह जाएगा। सो बार बार कैंसिल हो गई, सो की रह गया एक्स प्लस वाई डॉट एक्स प्लस वाई। और नेक्स्ट अपने को रूल है अगर एक्स इंटू एक्स होएगा वेरिएबल अपने नाल ही अपने को लॉजिकली एंड करता हुआ है, तो आउटपुट वेरिएबल इटसेल्फ आएगी। सो अपने को ये भी देखो एक्स प्लस वाई इतने भी सेम है, तो ये जगह आप लिख सकते हैं एक्स प्लस वाई लिख सकते हैं। सो देख सकते हो तुम कि जो ये सर्किट्स है ये किहड़ा काम कर रहा है एज आ और गेट। लगे सारे नॉर गेट है, लेकिन ये काम किहड़ा कर रहा है और गेट का। देखो और गेट की एक्सप्रैशन की एक्स प्लस वाई से, और इतने भी एक्सप्रैशन की आ रहा है एक्स प्लस वाई आ रहा है। सो एक लग्या गेट फिर दो। नैक्सट अपनी को आ जाएगा सीक्वेंस नॉर गेट एज आ नैंड गेट। सो नैंड गेट एक्सप्रैशन की है अपन एक्स इंटू वाई चाहिए, सेम वही जो आप नैंड गेट में यूज़ किया, दो गेट ले लाँगे। ठीक है। एक इनपुट आप एक्स देती, एक वार देती है, कॉम्प्लीमेंट आ गया एक्स वार एंड आ वाई वार। अगर आप ध्यान ना देखिए इन केस ऑफ आ नैंड गेट उत्थे आप सिंपल आ यूज़ किया, बस सिंबल चेंज कर देने, बाकी सारा प्रोसैस सेम रहेगा। ठीक है। उत्थे आप इतने नैंड गेट यूज़ किया, जो नॉर गेट यूज़ करा उत्थे आप नॉर गेट का सिंबल यूज़ करा, बाकी सारे जो कनैक्शन है वो सेम रहेंगे। क्लीयर। सो अपने को आ गया एक्स बार, इतने की आ गया वाई बार। अगे की लगा नॉट अगे नैक्सट आप होर नॉर गेट लगा देंगे G3। हम ध्यान ना देखो इन इनपुट कि जा रही है एक्स बार जा रही है, दूजी इनपुट कि जा रही है वाई बार जा रही है। क्लीयर। सो की करेगा है जो भी इनपुट्स होंगे उन्होंने लॉजिकली ऐड कर देगा, दैट मीनस की करेगा एक्स बार प्लस वाई बार।
ਅੱਗੇ ਕੀ ਲੱਗਿਆ ਬੱਬਲ, ਉੱਪਰ ਕੀ ਕਰ ਦੇਗਾ ਬਾਰ ਪਲੇਸ ਕਰ ਦੇਗਾ। ਜਦੋਂ ਵੀ ਕਿਸੇ ਵੀ ਐਕਸਪ੍ਰੈਸ਼ਨ ਉੱਪਰ ਹੋਲ ਬਾਰ ਹੈ ਉੱਥੇ ਕੀ ਲੱਗੇਗੀ ਡੀ ਮੋਰਗਨ ਥਿਊਰਮ। ਡੀ ਮੋਰਗਨ ਥਿਊਰਮ ਆਪਾਂ ਕਰ ਚੁੱਕੇ ਹਾਂ, ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਹੈ। ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਸੋ ਜਦੋਂ ਬਾਰ ਡਿਵਾਈਡ ਹੋ ਜਾਏਗੀ ਸਿੰਬਲ ਚੇਂਜ ਹੋ ਗਿਆ, ਪਲੱਸ ਦਾ ਕੀ ਹੋ ਗਿਆ ਮੇਰੇ ਕੋਲ ਡਾਟ ਹੋ ਗਿਆ, ਬਾਰ ਬਾਰ ਕੈਂਸਲ ਹੋ ਜਾਏਗੀ, ਕੀ ਰਹਿ ਜਾਏਗਾ x ਇੰਟੂ ਵਾਈ ਰਹਿ ਜਾਏਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਐਂਡ ਗੇਟ ਐਕਸਪ੍ਰੈਸ਼ਨ ਵੀ x ਇੰਟੂ ਵਾਈ ਹੈ ਔਰ ਇਹ ਸਰਕਿਟ ਦਾ ਜਿਹੜਾ ਐਕਸਪ੍ਰੈਸ਼ਨ ਵੀ ਕੀ ਹੈ x ਵਾਈ ਹੈ। ਹੁਣ ਜਿਹੜਾ ਇਹ ਵਾਲਾ ਸਰਕਿਟ ਹੈ ਕੀ ਕੰਮ ਕਰੇਗਾ ਐਜ਼ ਆ ਨੈਂਡ ਗੇਟ ਕੰਮ ਕਰੇਗਾ। ਦੇਖੋ ਪਹਿਲਾਂ ਇੱਕ ਲੱਗਿਆ ਗੇਟ, ਫਿਰ ਦੋ, ਹੁਣ ਤਿੰਨ। ਲਾਸਟ ਵਿੱਚ ਆਪਾਂ ਡਿਸਕਸ ਕਰਾਂਗੇ ਨੌਰ ਗੇਟ ਐਜ਼ ਆ ਨੈਂਡ ਗੇਟ। ਦੈਟ ਮੀਨਸ ਕੀ ਹੋਏਗਾ, ਹੁਣ ਆਪਾਂ ਯੂਜ਼ ਕਰਾਂਗੇ ਨੌਰ ਗੇਟ, ਲੇਕਿਨ ਕੰਮ ਕੀ ਕਰੇਗਾ ਉਹ ਨੈਂਡ ਗੇਟ ਦਾ ਕੰਮ ਕਰੇਗਾ। ਸੋ ਨੈਂਡ ਗੇਟ ਐਕਸਪ੍ਰੈਸ਼ਨ ਕੀ ਹੁੰਦਾ ਆਪਣੇ ਕੋਲ, ਡੈਟ ਇਜ਼ x ਇੰਟੂ ਵਾਈ ਬਾਰ। ਕਲੀਅਰ, x ਇੰਟੂ ਵਾਈ ਆਪਣੇ ਕੋਲ ਹੈ ਹੀ, ਡੈਟ ਮੀਨਸ ਇਹ ਸਰਕਿਟ ਦਾ ਆਪਾਂ ਨੂੰ ਚਾਹੀਦਾ ਹੈ। ਅਗਰ ਇਹਦੇ ਅੱਗੇ ਆਪਾਂ ਨॉट ਗੇਟ ਲਗਾ ਦਾਂਗੇ ਉਹਦੇ ਉੱਪਰ ਕੀ ਹੈ ਬਾਰ ਪਲੇਸ ਕਰ ਦੇਗਾ, ਉਹਨੂੰ ਕੰਪਲੀਮੈਂਟ ਕਰ ਦੇਗਾ, ਦੈਨ ਆਟੋਮੈਟਿਕਲੀ ਕੀ ਬਣ ਜਾਏਗਾ ਉਹ ਨੈਂਡ ਗੇਟ। ਸੋ ਇਹ ਸਰਕਿਟ ਆਪਣੇ ਕੋਲ ਐਜ਼ ਇਟ ਇਜ਼ ਰਹੇਗਾ। ਇਹਦੇ ਅੱਗੇ ਕੀ ਲਗਾਤਾ ਆਪਾਂ ਅੱਗੇ नॉर गेट एज अ नॉट गेट लगाता और जो भी उसको इनपुट जाएगी ਉਹਨੂੰ ਕੀ ਕਰ ਦੇਗਾ ਉਹਦੇ ਉੱਪਰ ਬਾਰ ਪਲੇਸ ਕਰ ਦੇਗਾ। ਕਲੀਅਰ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਨॉट गेट ਕੀ ਕਰਦਾ ਹੈ, ਜੋ ਵੀ ਉਹਦੇ ਕੋਲ ਇਨਪੁਟ ਆਉਂਦੀ ਉਹਨੂੰ ਕੰਪਲੀਮੈਂਟ ਪਾਉਣ ਦੇ, ਦੈਟ ਮੀਨਸ ਉਹਦੇ ਵਿੱਚ ਬਾਰ ਪਲੇਸ ਕਰ ਦਿੰਦਾ। ਐਕਸਪ੍ਰੈਸ਼ਨ ਕੀ ਬਣ ਗਿਆ x ਡਾਟ ਬਾਰ ਬਣ ਗਿਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣੇ ਕੋਲ ਨੈਂਡ ਗੇਟ ਹੈ ਉਹਦਾ ਐਕਸਪ੍ਰੈਸ਼ਨ ਕੀ ਹੈ x ਡਾਟ ਵਾਈ ਬਾਰ ਹੈ। ਜਦੋਂ ਆਪਾਂ ਇਹ ਸਰਕਿਟ ਡਿਜ਼ਾਈਨ ਕੀਤਾ ਤੇ ਇਹਦੀ ਆਊਟਪੁੱਟ ਕੀ ਆ ਰਹੀ ਹੈ ਆਪਣੇ ਕੋਲ x ਇੰਟੂ ਵਾਈ ਬਾਰ ਆ ਰਹੀ ਹੈ। ਠੀਕ ਹੈ, ਸਰਕਿਟ ਹੁਣ ਕੀ ਕੰਮ ਕਰ ਰਿਹਾ ਐਜ਼ ਆ ਨੈਂਡ ਗੇਟ ਕੰਮ ਕਰ ਰਿਹਾ। ਸੋ ਤੁਸੀਂ ਹੁਣ ਦੇਖੋ ਐਨਾਲਾਈਜ਼ ਕਰ ਸਕਦੇ ਹੋ ਕਿਉਂ ਆਪਾਂ ਇਹਨਾਂ ਨੂੰ ਯੂਨੀਵਰਸਲ ਗੇਟਸ ਕਹਿੰਦੇ ਹਾਂ, ਬਿਕੋਜ਼ ਨੈਂਡ ਔਰ ਨॉट ਜਿਹੜੇ ਗੇਟਸ ਹੈ ਉਹ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਪਰਫਾਰਮ ਕਰ ਸਕਦੇ ਆ, ਬਟ ਕੰਡੀਸ਼ਨ ਕੀ ਆ ਕਿ ਸਾਰੇ ਜਾਂ ਤਾਂ ਨੈਂਡ ਗੇਟ ਲੱਗਣਗੇ ਜਾਂ ਸਾਰੇ ਕੀ ਲੱਗਣਗੇ ਨॉर ਗੇਟ ਲੱਗਣਗੇ। ਕਲੀਅਰ, ਇਸ ਤੋਂ ਇਲਾਵਾ ਹੋਰ ਕੋਈ ਵੀ ਗੇਟ ਨਹੀਂ ਲੱਗੇਗਾ। ਸਟੂਡੈਂਟਸ ਇੱਥੇ ਗਲਤੀ ਕਰ ਜਾਂਦੇ ਆ, ਉਹ ਮਿਕਸਚਰ ਆਫ ਗੇਟਸ ਲਗਾ ਦਿੰਦੇ ਆ, ਦੈਨ ਕੁਐਸਚਨ ਵਿਲ ਵੀ ਰੋਂਗ ਹੋ ਜਾਏਗਾ। ਠੀਕ ਹੈ, ਸੋ ਪ੍ਰੋਸੀਜਰ ਉਹੀ ਹੈ, ਪਹਿਲਾਂ ਇੱਕ ਗੇਟ ਲੱਗਿਆ, ਫਿਰ ਦੋ ਲੱਗੇ, ਫਿਰ ਤਿੰਨ ਲੱਗੇ, ਫਿਰ ਚਾਰ ਲੱਗੇ, ਜਸਟ ਆਪਣੇ ਕੋਲ ਸਿੰਬਲ ਚੇਂਜ ਹੋਇਆ। ਅਗਰ ਆਪਾਂ ਦੇਖੀਏ ਲਾਸਟ ਸਲਾਈਡ ਜਿਹੜੀ ਆਪਾਂ ਨੈਂਡ ਗੇਟ ਡਿਸਕਸ ਕੀਤੀ ਸੀ, ਦੇਖੋ ਇੱਥੇ ਵੀ ਆਪਣੇ ਕੋਲ ਚਾਰ ਹੈ। ਠੀਕ ਹੈ, ਜਸਟ ਸਿੰਬਲ ਚੇਂਜ ਕੀਤਾ ਹੈ, ਬਾਕੀ ਸਾਰਾ ਪ੍ਰੋਸੈਸ ਕੀ ਆਪਣੇ ਕੋਲ ਸਾਰਾ ਸੇਮ ਰਹੇਗਾ। ਇਹ ਇੱਕ ਤਰੀਕਾ ਹੈ ਯਾਦ ਕਰਨ ਦਾ। ਕਲੀਅਰ, ਸੋ ਦਿਸ ਇਜ਼ ਆਲ ਅਬਾਊਟ ਅ ਯੂਨੀਵਰਸਲ ਪ੍ਰੋਪਰਟੀ ਆਫ ਅ ਨੈਂਡ ਗੇਟ। ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। नेक्स्ट सेशन अपने को लास्ट बच गया है, डैट इज़ अ इंप्लीमेंटिंग अ सर्किट फ्रॉम अ वूलियन एक्सप्रैशन। ये ਆਪਾਂ ਨੈਕਸਟ ਜਿਹੜਾ ਲੈਕਚਰ ਹੋਏਗਾ ਇਹਦੇ ਵਿੱਚ ਆਪਾਂ ਇਹ ਟੌਪਿਕ ਨੂੰ ਡਿਸਕਸ ਕਰਾਂਗੇ। ਟਿਲ ਦੈਨ ਥੈਂਕ ਯੂ ਵੈਰੀ ਮਚ। ਆਈ ਰਿਪੀਟ ਅਗੇਨ, ਇਹ ਅਗੇਨ ਜਿਹੜਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਹੈ, ਪੇਪਰ ਵਿੱਚ ਬਹੁਤ ਵਾਰੀ ਕੁਐਸਚਨ ਇਹ ਆਇਆ ਹੋਇਆ ਹੈ, ਤਾਂ ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ। ਅਗਰ ਫਿਰ ਵੀ ਕੋਈ ਡਾਊਟ ਹੈ ਤਾਂ ਦੈਨ ਅਗੇਨ ਆਪਾਂ ਇਨਕਮਿੰਗ ਲੈਕਚਰ ਇਹਨੂੰ ਦੁਬਾਰਾ ਡਿਸਕਸ ਕਰਾਂਗੇ। ਠੀਕ ਹੈ, ਥੈਂक्स फॉर दैट टाइम, थैंक यू वेरी मच।